ਅੱਜ ਮਿਤੀ 15 ਜਨਵਰੀ ਨੂੰ 2026 ਨੂੰ ਮੈਨੂੰ ਨੀਅਰ 6 6:30 ਦੇ ਕਰੀਬ ਫੋਨ ਕਾਲ ਆਈ ਮੈਮ ਆਈਪੀਐਸ ਆਫਿਸ ਗਜ਼ਲਪ੍ਰੀਤ ਮੈਮ ਤੋਂ ਕਿ ਤੁਹਾਡੀ ਇੱਥੇ ਕੋਈ ਸਸਪੀਸ਼ੀਅਸ ਮੈਡੀਸਿਨ ਬਣ ਰਹੀਆਂ ਹਨ ਅਤੇ ਮੈਂ ਇੰਸਟੈਂਟ ਹੀ ਅਸੀਂ ਆਪਣੇ ਸਟਾਫ ਨੂੰ ਅਲਰਟ ਕੀਤਾ ਔਰ ਅਸੀਂ ਆਪਣੇ ਸਟਾਫ ਨੂੰ ਮੈਂ ਪਹਿਲੇ ਇਨਫੋਰਮ ਕੀਤਾ ਔਰ ਥੋੜ੍ਹੀ ਦੇਰ ਬਾਅਦ ਮੈਂ ਵੀ ਇੱਥੇ ਪਹੁੰਚ ਗਈ ਅਤੇ ਸਾਨੂੰ ਇੱਥੇ ਇੰਸਪੈਕਸ਼ਨ ਇੱਕ ਰਿਨੋਸਟ ਕੇਅਰ ਨਾਮ ਦੀ ਫਰਮ ਹੈਗੀ ਹੈ ਜਿਸ ਦੀ ਕੰਪਲੇਂਟ ਆਈ ਸੀਗੀ ਅਤੇ ਅਸੀਂ ਇੱਥੇ ਕਾਫੀ ਕੁਛ ਫਰਮ ਨੂੰ ਵਿਜ਼ਿਟ ਕਰਕੇ ਦੇਖਿਆ ਕਿ ਇੱਥੇ ਕੁਛ ਸਸਪੀਸ਼ੀਅਸ ਹੋ ਰਿਹਾ ਹੈ ਅਤੇ ਜਦੋਂ ਇਹ ਫਰਮ ਦੇ ਮਾਲਿਕ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਆ ਕਿ ਇੱਥੇ ਸਿਰਫ 2 ਪ੍ਰੋਡਕਟਸ ਅਪਰੂਵਲ ਹੋਏਗਾ ਸਾਡੇ ਕੋਲ, ਪਰ ਮਾਲਿਕ ਉਹ ਸਬੂਤ ਨਹੀਂ ਦੇ ਪਾਇਆ ਹੈਗਾ ਕਿ ਕਿਹੜੇ ਪ੍ਰੋਡਕਟਸ ਇੱਥੇ ਬਣ ਰਹੇ ਹੈ ਔਰ ਕਾਫੀ ਸਾਨੂੰ ਦਵਾਈਆਂ ਜਿਵੇਂ ਬਾਹਰੋਂ ਆ ਰਹੀਆਂ ਤਾਂ ਇੱਥੇ ਪੈਕਿੰਗ ਹੋ ਰਹੀ ਹੈ, ਸਿਰਫ ਸਾਨੂੰ ਇਹੀ ਇੱਥੇ ਪਾਇਆ ਗਿਆ। ਸਸਪੀਸ਼ੀਅਸ ਮੈਮ ਤੁਸੀਂ ਕਿਹਾ ਕਿ ਸਸਪੀਸ਼ੀਅਸ ਇੱਥੇ ਜਿਹੜੇ ਵੱਡੇ ਡਰਮਸ 'ਚ ਮੈਡੀਸਨ ਪਈ ਹੈ, ਖੁੱਲੀ ਮੈਡੀਸਨ ਪਈ ਹੈ और ਇੱਥੇ ਪੈਕਿੰग ਸਿਰਫ ਓਨਲੀ ਪੈਕਿੰग ਹੋ ਰਹੀ है, कुछ ਇੱਥੇ ऑयल ਦੀ मशीन लगी हुई है जिससे लिक्विड फॉर्म हो रही है। मैम आपके रिकॉर्ड्स में इस फार्मा के अंदर जो कंपोजिशन है और भी कई तरह की चीजें हैं, वो क्या आपके रिकॉर्ड्स में? हमारी जो फॉर्मुलेशन होती है, जैसे किसी फर्म ने लाइसेंस लिया है, सबसे पहले लाइसेंस हम फॉरवर्ड करते हैं अपने स्टेट लाइसेंसिंग अथॉरिटी को, वहाँ से अप्रूव होता है लाइसेंस, फिर वो फॉर्मुलेशन अपने फॉर्मूले अप्रूव कराती है फर्म जो होती है। जिथे ਅਸੀਂ ਖੜੇ ਹਾਂ ਫੈਕਟਰੀ 'ਚ ਉੱਥੇ ਇਹਨਾਂ ਕੋਲ ਕੋਈ ਲਾਇਸੈਂਸ ਹੈ? ਲਾਇਸੈਂਸ ਨੰਬਰ ਹੈ 908 ਨੰਬਰ ਹੈਗਾ ਇਹਨਾਂ ਦਾ ਔਰ 2022 ਚ ਇਸ਼ੂ ਹੋਇਆ ਹੈ 5 ਸਾਲ ਦਾ। ਇਹਨਾਂ ਨੇ ਇਹ ਦੱਸਿਆ ਕਿ ਸਾਡੇ 2 ਫਾਰਮੂਲੇਸ਼ਨਸ ਦਾ ਲਾਇਸੈਂਸ ਹੈਗਾ ਸਾਡੇ ਕੋਲ, ਪਰ ਇਹ ਸਬੂਤ ਅਸੀਂ ਸਾਨੂੰ ਪੇਸ਼ ਨਹੀਂ ਕਰ ਪਾਏ। ਮੌਕੇ ਤੇ ਖੜੇ ਆ ਤੇ ਘੱਟੋ ਘੱਟ ਨਹੀਂ ਤਾਂ 50-60 ਫਾਰਮੂਲੇਸ਼ਨ ਇੱਥੇ ਜ਼ਿਆਦਾ ਸਸਤਾ ਹੀ ਕਹਿ ਰਹੀ ਹੈ, ਸਸਪੀਸ਼ੀਅਸ ਮੈਡੀਸਨ ਬਾਹਰੋਂ ਆਈ ਹੋਈ ਹੈ ਜਿਹੜੀ ਇੱਥੇ ਪੈਕ ਹੋ ਰਹੀ ਹੈ। ਤੇ ਹੁਣ ਮੈਂ ਕਾਰਵਾਈ ਕੀ ਕੀਤੀ ਜਾਵੇ? ਕਾਰਵਾਈ ਅਸੀਂ ਆਪਣੇ ਸਟੇਟ ਲਾਇਸੈਂਸਿੰਗ ਅਥਾਰਟੀ ਡਾਕਟਰ ਮੰਜੂ ਹੈ ਉਹਨਾਂ ਨੂੰ ਅਸੀਂ ਇਨਫੋਰਮ ਕਰਤਾ ਹੈ, ਅਸੀਂ ਕੱਲ ਰਿਟਨ 'ਚ ਅਸੀਂ ਨੋਟ ਦੇਵਾਂਗੇ ਆਪਣੇ ਚੰਡੀਗੜ੍ਹ ਡਾਇਰੈਕਟਰੇਟ ਆਫਿਸ ਤੇ ਉਹਨਾਂ ਨੂੰ ਰਿਟਨ 'ਚ ਅਸੀਂ ਦੇਵਾਂਗੇ ਤਾਂ ਫਿਰ ਮੈਮ ਅੱਗੇ ਐਕਸ਼ਨ ਕਰਾਂਗੇ। ਤੇ ਮੈਂ ਹੁਣ ਮੌਕੇ ਤੇ ਫਿਲਹਾਲ ਅਸੀਂ ਜੇ ਸਸਪੀਸ਼ੀਅਸ ਹੈਗਾ ਅਸੀਂ ਤੇ ਜੋ ਓਨਰ ਹੈ ਗੋਪਾਲ ਉਹ ਕੁਝ ਸਾਨੂੰ ਸਾਬਿਤ ਨਹੀਂ ਕਰ ਪਾਇਆ ਕਿ ਇਹ ਦਵਾਈ ਕਿੰਨੇ ਫਾਰਮ ਨੇ ਸਾਡੇ ਕੋਲ ਪ੍ਰੂਵ ਹੈ ਤੇ ਕਿੰਨੀ ਦਵਾਈ ਸਾਰੀ ਅੰਦਰੋਂ ਆਈ ਹੈ ਬਾਹਰੋਂ ਆਈ ਹੈ, ਹੀ ਕਾਂਟ ਪ੍ਰੂਵ। ਤਾਂ ਇਸ ਲਈ ਅਸੀਂ ਇਹਨੂੰ ਫਿਲਹਾਲ ਸੀਲ ਕਰਕੇ ਜਾਵਾਂਗੇ with due permission from doctor। ਮੁੱਢਲੀ ਜਾਂਚ ਹੈ ਮੈਮ ਉਹ 'ਚ ਸਾਹਮਣੇ ਆ ਰਿਹਾ ਕਿ ਨਕਲੀ ਤੌਰ ਤੇ ਬਣਾਈਆਂ ਜਾ ਰਹੀਆਂ ਸੀ ਸਾਰੀ ਚੀਜ਼ਾਂ। ਨਕਲੀ ਅਸੀਂ ਡਾਟਾ ਸੈਂਪਲਸ ਪਿਕਅਪ ਕਰ ਲਏ ਹੋਏ ਆ ਇੱਥੇ, ਅਸੀਂ ਇਹ ਸਾਰੀ ਡਿਟੇਲ ਪਟਿਆਲਾ ਭੇਜਾਂਗੇ ਸੈਂਪਲ ਸਾਰੇ ਕੱਲ। ਜੋ ਮੈਮ ਤੁਹਾਡੀ ਜਿਹੜੀ ਇੰਸਪੈਕਸ਼ਨ ਕੀਤੀ ਗਈ ਹੈ ਹੁਣ ਮੌਕੇ ਤੇ ਉਹ 'ਚ ਕੀ ਸਾਹਮਣੇ ਆ ਰਿਹਾ ਕਿ ਨਕਲੀ ਬਣਾਈਆਂ ਜਾ ਰਹੀਆਂ ਸੀ? ਨਕਲੀ ਹੈ ਫਾਰਮੂਲੇਸ਼ਨ ਅਸੀਂ ਐਕਚੁਅਲੀ ਡਿਟੇਲ ਪਟਿਆਲਾ ਭੇਜਾਂਗੇ, ਉਸ ਤੋਂ ਪਤਾ ਚੱਲੇਗਾ ਕਿ ਇਹ ਨਕਲੀ ਹੈ ਕਿ ਅਸਲੀ ਹੈ। ਸਾਨੂੰ ਲੱਗ ਰਿਹਾ ਸਸਪੀਸ਼ੀਅਸ ਹੈ ਸਮਥਿੰਗ। ਸਰ ਅੱਜ ਗੋਡਾਊਨ ਏਰੀਆ 'ਚ 2 ਫੈਕਟਰੀਆਂ ਤੇ ਛਾਪੇਮਾਰੀ ਕੀਤੀ ਗਈ ਹੈ ਜਿੱਥੇ ਦਵਾਈਆਂ ਸਪਲੀਮੈਂਟ ਬਣਾਏ ਜਾ ਰਹੇ ਸੀ, ਕੀ ਕੁਝ ਮਾਮਲਾ ਸਾਹਮਣੇ ਆਇਆ? ਅੱਜ ਸਾਨੂੰ ਮੈਡਮ ਸਾਡੇ ਪੁਲਿਸ ਟੀਮ ਦੇ ਹੈੱਡ ਜਿਹੜੇ ਹੈਗੇ ਨੇ ਗਜ਼ਲਪ੍ਰੀਤ ਮੈਡਮ ਆਈਪੀਐਸ ਮੈਡਮ, ਉਹਨਾਂ ਵੱਲੋਂ ਫੋਨ ਆਇਆ ਕਿ ਇੱਦਾਂ ਕਰਕੇ ਕਿਸੇ ਜਗ੍ਹਾ 'ਤੇ ਕੋਈ ਸਸਪੀਸ਼ੀਅਸ ਮੈਨੂਫੈਕਚਰਿੰਗ ਹੋ ਰਹੀ ਹੈ। ਤਾਂ ਅਸੀਂ ਆਪਣੀ ਟੀਮ ਦੇ ਨਾਲ ਪਹੁੰਚੇ ਅਤੇ ਦੇਖਿਆ ਇੱਥੇ ਕੁਛ ਮੈਨੂਫੈਕਚਰਿੰਗ ਹੋ ਰਹੀ ਹੈ। ਤਾਂ ਅਸੀਂ ਕੁਝ ਸੈਂਪਲਸ ਲਿਫਟ ਕੀਤੇ ਨੇ, ਹਜੇ ਲਾਇਸੈਂਸਿੰਗ ਅਤੇ ਅਦਰ ਰਿਕਾਰਡ ਦੀ ਅਸੀਂ ਚੈਕਿੰਗ ਕਰਨੀ ਹੈ ਕਿਉਂਕਿ ਇਸ ਟਾਈਮ 'ਤੇ ਉਹਦੇ ਕੋਲ ਰਿਕਾਰਡ ਅਵੇਲੇਬਲ ਨਹੀਂ ਹੈ। ਅਤੇ ਵੀ ਵਿਲ ਚੈੱਕ ਕਿ ਇਹਨਾਂ ਕੋਲ ਜਿੰਨੇ ਵੀ ਉਹ ਮੈਨੂਫੈਕਚਰਿੰਗ ਕਰ ਰਹੇ ਹੈਲਥ ਸਪਲੀਮੈਂਟ ਨਿਊਟਰਾਸਿਊਟੀਕਲ ਆਈਟਮਸ ਵੈਦਰ ਦੇ ਆਰ ਅਪਰੂਵਡ ਔਰ ਨਾਟ। ਸੈਂਪਲਸ ਲੈ ਲਏ ਨੇ, ਸੈਂਪਲ ਦੀ ਰਿਪੋਰਟ ਆਉਂਦੇ ਹੀ ਅਸੀਂ ਕਾਰਵਾਈ ਕਰਾਂਗੇ। ਸਰ ਜਿਹੜੀ ਇੱਕ ਚੀਜ਼ ਪਤਾ ਲੱਗ ਰਹੀ ਹੈ ਕਿ ਇੱਕ ਫੈਕਟਰੀ ਜਿਹੜਾ ਪਹਿਲਾਂ ਵੀ ਉੱਤੇ ਫਾਈਨ ਕੀਤਾ ਗਿਆ, ਸੈਂਪਲ ਫੇਲ ਪਾਏ ਗਏ ਸੀਗੇ ਤੇ ਉਹ ਫੈਕਟਰੀ ਫਿਰ ਵੀ ਚੱਲ ਰਹੀ ਹੈ, ਲੋਕਾਂ ਦੀ ਜਾਨ ਨਾਲ ਜੁੜੇ ਮਾਮਲੇ। ਦੇਖੋ ਇਹਦੇ ਵਿੱਚ ਇਹ ਹੁੰਦਾ ਵੀ ਜੋ ਵੀ ਉਹਦੀ ਪੈਨਲਟੀਜ਼ ਨੇ ਉਹ ਉਹਨੇ ਪੈਨਲਟੀਜ਼ ਭਰਨੀਆਂ ਨੇ, ਪੈਨਲਟੀਜ਼ ਭਰ ਕੇ ਉਹ ਕੰਮ ਤਾਂ ਕਰ ਸਕਦਾ ਹੈਗਾ, ਬਟ ਜੇਕਰ ਉਹ ਫਿਰ ਵਾਇਲੇਸ਼ਨ ਕਰਦਾ ਅਸੀਂ ਫਿਰ ਸੈਂਪਲ ਲਵਾਂਗੇ, ਫਿਰ ਪੈਨਲਟੀਜ਼ ਹੋਣਗੀਆਂ, ਫਿਰ ਕੰपाउंडिंग होगी, फिर अमाउंट जो है बढ़ेगी। सर कहीं ना कहीं ये लोगों की जान के साथ खिलवाड़ नहीं है कि, या कहीं ना कहीं फूड सेफ्टी की लापरवाही है कि दोबारा जो फैक्ट्री सील कर दी गई उसके बाद दोबारा वही व्यक्ति वो दोबारा फैक्ट्री को संचालित कर रहा है? देखिए इसमें ये तो नहीं कहूँगा कि सील कर दी गई, पेनल्टीज लगी हैं। सैंपल फेल हुआ तो उसकी जो भी उसके ऊपर ऑब्लिगेशंस थी, जो या ये कह सकते हैं हम जो गवर्नमेंट के नियम थे जिसके अकॉर्डिंग उसको जितनी पेनल्टी होनी थी उसको मैक्सिमम पेनल्टी लगी है, पेनल्टी उसने भर दी होगी, बस दिस इज ऑल। सील का मुझे नहीं पता कि कभी सील हुई है या नहीं हुई है। ਤੁਸੀਂ ਕਹਿੰਦੇ ਸਰ ਫਾਈਨ ਲਾਇਆ ਗਿਆ ਸੀ, ਪਰ ਇਹ ਲੋਕਾਂ ਦੀ ਜਾਨ ਨਾਲ ਸਿੱਧੇ ਡਾਇਰੈਕਟ ਤੌਰ ਤੇ ਜੁੜਿਆ ਮਾਮਲਾ। ਦਵਾਈਆਂ ਲੋਕ ਖਾਂਦੇ ਨੇ, ਸਪਲੀਮੈਂਟ ਲੋਕ ਖਾਂਦੇ ਨੇ, ਤੇ ਕਿਤੇ ਲੱਗਦਾ ਨਹੀਂ ਕਿ ਕਾਰਵਾਈ ਕਿਤੇ ਲਾਪਰਵਾਹੀ ਹੈ, ਕਿਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ? ਦੇਖੋ ਜੋ ਵੀ ਐਕਟ ਸਾਨੂੰ ਪਰਮਿਟ ਕਰਦਾ ਹੈਗਾ, ਜੋ ਸਾਡਾ ਐਕਟ ਬਣਿਆ ਹੋਇਆ, ਸਾਡੇ ਐਕਟ ਦੀ ਜੋ ਧਾਰਾਵਾਂ ਨੇ, ਜੋ ਉਹਦੇ ਰੂਲਸ ਨੇ, ਅਸੀਂ ਉਸ ਰੂਲ ਦੇ ਅਕੋਰਡਿੰਗ ਸਭ ਕੁਝ ਲਾਸਟ ਤੱਕ ਕੀਤਾ ਹੈਗਾ। ਉਹਨੂੰ ਪੈਨਲਟੀਜ਼ ਲੱਗੀਆਂ ਨੇ, ਦਿਸ ਇਜ਼ ਵਟ ਵੀ ਕੈਨ ਡੂ। ਜੇਕਰ ਉਹ ਸੈਂਪਲ ਉਹਦਾ ਸਬਸਟੈਂਡਰਡ ਆਉਂਦਾ ਤਾਂ ਉਹਨੂੰ ਪੈਨਲਟੀਜ਼ ਲੱਗਦੀਆਂ ਨੇ, ਬਟ ਜੇਕਰ ਸੈਂਪਲ ਅਨਸੇਫ ਆਉਂਦਾ ਹੈਗਾ ਤਾਂ ਫਿਰ ਉਹਦੇ ਲਈ ਜਿਹੜੀ ਇੰਪ੍ਰਿਜ਼ਨਮੈਂਟ ਦੀ ਅਪ ਟੂ 7 years ਦੀ ਪਨਿਸ਼ਮੈਂਟ ਹੈਗੀ ਹੈ ਜੀ। सर जैसे कि जीरकपुर के पवाद में और भी कई फार्मा कंपनीज हैं, उनके लिए आप क्या सख्त एक्शन आगे लिया जाएगा आपकी तरफ से, या आपके डिपार्टमेंट की तरफ से पहले कोई इस पे कोई कार्रवाई क्यों नहीं की गई?
नहीं, पहले क्यों ऐसा नहीं है, जब मैं आपको बता रहा हूँ कि पहले ही हमने उसके सैंपल्स लेकर, एक्चुअली में ये जो प्रीव्यू है ये सेंट्रल गवर्नमेंट का प्रीव्यू होता है। यहाँ पर एक इमरजेंसी रिस्पांस टीम की तरह से हमको बुलाया गया, तो हमने कार्रवाई की है। तो बेसिकली जो हेल्थ सप्लीमेंट मैन्युफैक्चरर है या जो इस तरह के काम को मैन्युफैक्चरिंग करते हैं वो सेंट्रल गवर्नमेंट के प्रीव्यू में आते हैं, तो सेंट्रल गवर्नमेंट की टीम इसको रेगुलेट करती है। लेकिन अगर वो कोई चीज़ बाहर अगर बिक रही है तो वो हमारे प्रीव्यू में, तो सैंपल्स हम रेगुलरली ले रहे हैं। मतलब ऑन एन एवरेज अगर हम देखें तो जब किसी को पेनल्टी लगती है, अभी लास्ट मंथ तो तकरीबन 6 से 7 फर्म्स को पेनल्टी लगी है, एडीसी कोर्ट की तरफ से पेनलाइज किया गया है। क्या इनके पास कोई वैलिड लाइसेंस है? लाइसेंस सबके पास है जो अब तक हमने देखा है, पर उसमें ये इंपॉर्टेंट होता है कि वेदर द अप्रूवल ऑफ एवरी प्रोडक्ट इज नॉट देयर और नॉट, वो हमें सारे रिकॉर्ड चेक करके ही पता लगेगा। फॉर एग्जांपल अ पर्सन इज मैन्युफैक्चरिंग 20 आइटम्स, तो उसके पास 20 आइटम्स की अप्रूवल है या नहीं, ये डॉक्यूमेंट चेक करके पता लगेगा। पेनल्टी लगने के बाद भी मतलब लाइसेंस रद्द करने का कोई प्रावधान नहीं है? नहीं, उसमें ये होता है कि फर्स्ट टाइम अगर पेनल्टी लगती है, सेकंड टाइम वो बढ़ा के लगती है, और फिर उसके बाद अगर वो बार बार नहीं वो चीज़ वो फॉलो कर रहा है या नहीं सुधरता, फिर उसका लाइसेंस सस्पेंड किया जाता है। ਸਰ ਇੱਥੇ ਜਿਹੜੀ ਫੈਕਟਰੀ ਛਾਪੇਮਾਰੀ ਕੀਤੀ, ਕਿਹੜੀ ਦਵਾਈਆਂ ਮਿਲੀਆਂ, ਐਲੋਪੈਥਿਕ ਆਯੁਰਵੈਦਿਕ ਕਿਹੜੀ ਚੀਜ਼ਾਂ ਮਿਲੀਆਂ ਇੱਥੇ? ਦੇਖੋ ਪ੍ਰਾਈਮਾ ਫੇਸੀਆ ਤੇ ਇੱਥੇ ਆਯੁਰਵੈਦਿਕ ਤੇ ਫੂਡ ਆਈਟਮਸ ਮਿਲੀਆਂ ਨੇ, ਫੂਡ ਸਪਲੀਮੈਂਟਸ ਮਿਲੇ ਨੇ, ਤੇ ਅਸੀਂ ਫੂਡ ਸਪਲੀਮੈਂਟ ਦੇ ਜੋ ਸੈਂਪਲਸ ਹੈਗੇ ਉਹ ਲਿਫਟ ਕਰ ਲਏ ਆ, ਠੀਕ ਹੈ। ਤੇ ਜੋ ਆਯੁਰਵੈਦਿਕ ਦਾ ਜੋ ਡਿਪਾਰਟਮੈਂਟ ਹੈ ਉਹ ਸਾਡੇ ਨਾਲ ਨੇ ਮੈਡਮ, ਤੇ ਜੋ ਇਹਨਾਂ ਦੀ ਕਾਰਵਾਈ ਹੋਗੀ ਉਹ ਇਹ ਕਰਨਗੇ। ਵੀ ਆਰ ਟੇਕਿੰਗ ਦ ਸੈਂਪਲਸ, ਵੀ ਆਰ ਲਿਫਟਿੰਗ ਇਟ ਐਂਡ ਵੀ ਆਰ ਸੈਂਡਿੰਗ ਇਟ ਟੂ ਦ ਲੈਬੋਰੇਟਰੀ ਐਜ਼ ਸੂਨ ਐਜ਼ ਪੋਸੀਬਲ। ਤੇ ਸਰ ਸੈਂਪਲਿੰਗ ਲੈ ਲਈ ਗਈ ਹੈ ਤੇ ਇਹਨੂੰ ਫੈਕਟਰੀ ਨੂੰ ਸੀਲ ਕੀਤਾ ਜਾਏਗਾ ਇਹਨਾਂ ਨੇ? फ्रॉम फूड डिपार्टमेंट नहीं, वी विल डू आफ्टर द रिपोर्ट ऑफ द सैंपल्स। ਮੈਮ ਅਸੀਂ ਦੇਖ ਪਾ ਰਹੇ ਹਾਂ ਲਗਾਤਾਰ ਗੋਡਾਊਨ ਏਰੀਆ 'ਚ ਪ੍ਰਭਾਤ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਜ ਫਿਰ 2 ਫੈਕਟਰੀਆਂ 'ਚ ਛਾਪੇਮਾਰੀ ਕੀਤੀ ਗਈ, ਕੀ ਕੁਝ ਸਾਹਮਣੇ ਆਇਆ? ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਸ ਪਾਰਟਿਕੂਲਰ ਜਗ੍ਹਾ ਦੇ ਵਿੱਚ ਕੁਝ ਇਲੀਗਲ ਮੈਡੀਸਿਨਸ ਦੀ ਮੈਨੂਫੈਕਚਰਿੰਗ ਚੱਲ ਰਹੀ ਹੈ, ਤੇ ਅਸੀਂ ਆਪਣੀ ਰੇਡ ਕੰਡਕਟ ਕੀਤੀ। ਮੀਨਵਾਈਲ ਸਾਨੂੰ ਇੱਥੇ ਆ ਕੇ ਲੱਗਿਆ ਕਿ ਬਿਕੋਜ਼ ਇੱਥੇ ਕੁਝ ਪਲਾਂਟਸ ਵੀ ਸੈਟਅਪ ਕੀਤੇ ਹੋਏ ਆ, ਤੁਸੀਂ ਦੇਖ ਸਕਦੇ ਹੋ, ਤੁਸੀਂ ਆਪਣੇ ਵਿਊਅਰਸ ਨੂੰ ਦਿਖਾਇਓ ਵੀ ਜ਼ਰੂਰ। ਇੱਥੇ ਕਾਫੀ ਮਸ਼ੀਨਸ ਲੱਗੀਆਂ ਹੋਈਆਂ ਵਿਚ ਆਰ ਮੈਨੂਫੈਕਚਰਿੰਗ ਆਇਲ, ਸਿਰਪਸ, ਤੇ ਇੱਥੇ ਪੈਕੇਜਿੰਗ ਵੀ ਪ੍ਰੋਪਰ ਹੈਗੀ ਹੈ, ਪੂਰੇ ਲੇਬਲਸ ਲੰਦੇ ਹੈ, ਐਂਡ ਈਵਨ ਖੁੱਲੀ ਮੈਡੀਸਿਨਸ ਹੈ। ਦ ਪੁਆਇੰਟ ਇਜ਼ ਕਿ ਇੱਥੇ ਅਗਰ ਖੁੱਲੀ ਮੈਡੀਸਿਨਸ ਡਰਮਸ ਦੇ ਵਿੱਚ ਪਈ ਹੈ, ਇਟ ਹੈਜ਼ ਨੋ ਐਕਸਪਾਇਰੀ ਡੇਟ ਵਿਦ ਇਟ, ਬਟ ਜਦੋਂ ਇਹ ਬ੍ਰਾਂਡਿੰਗ ਕਰਦੇ ਆ ਉਸ ਚੀਜ਼ਾਂ ਦੀ ਤਾਂ ਉਹਦੇ ਤੇ ਪ੍ਰੋਪਰ ਆਪਣੇ ਵੱਲੋਂ ਹੀ ਉਹਦੇ ਐਕਸਪਾਇਰੀ ਡੇਟ ਔਰ ਮੈਨੂਫੈਕਚਰਿੰਗ ਡੇਟਸ ਲਿਖੀਆਂ ਜਾਂਦੀਆਂ। ਇਹ ਮੁੱਢਲੀ ਅਸੀਂ ਕਾਰਵਾਈ ਅਸੀਂ ਜਿੰਨੀ ਵੀ ਦੇਖਿਆ ਉਹ ਤੋਂ ਇਹ ਸਾਹਮਣੇ ਆਇਆ। ਔਨ ਦਾ ਸਪੌਟ ਫਿਰ ਅਸੀਂ ਜਿਹੜੇ ਅਥਾਰਟੀਜ਼ ਹੈਗੀਆਂ ਰਿਸਪੈਕਟਿਵ ਉਹਨਾਂ ਨੂੰ ਬੁਲਾਇਆ, ਜੋ ਕਿ ਹੈਗੇ ਆਪਣੇ ਡਿਸਟ੍ਰਿਕਟ ਆਯੁਰਵੈਦਿਕ ਆਫਿਸਰ ਐਂਡ FSSAI ਤੋਂ ਇਹਨਾਂ ਦੇ ਫੂਡ ਸਪਲਾਈ ਆਫਿਸਰਸ ਆਏ, ਉਹਨਾਂ ਨੇ ਪ੍ਰੋਪਰ ਦੇਖਿਆ। ਜੋ ਡਿਸਟ੍ਰਿਕਟ ਆਪਣੇ ਡਿਸਟ੍ਰਿਕਟ ਆਯੁਰਵੈਦਿਕ ਆਫਿਸਰ ਹੈ, ਉਹਨਾਂ ਦੀ ਜਦੋਂ ਫਾਰਮੂਲੇਸ਼ਨ ਸੀਗੀਆਂ ਉਹ ਅਪਰੂਵਡ ਵੀ ਨਹੀਂ ਸੀਗੀਆਂ, ਪਲੱਸ ਲਾਇਸੈਂਸਿੰਗ ਦੀ ਰਿਕੁਆਇਰਮੈਂਟਸ ਮੀਟ ਨਹੀਂ ਹੋ ਰਹੀਆਂ, ਤਾਂ ਡੈਫੀਨੇਟਲੀ ਇਹ ਸਸਪੀਸ਼ੀਅਸ ਹੈਗਾ ਹੀ ਹੈ, ਤੇ ਉਹ ਸਾਨੂੰ ਕੰਪਲੇਂਟ ਦੇਣਗੇ। ਮੀਨਵਾਈਲ ਅਸੀਂ ਬਣਦੀ ਕਾਰਵਾਈ ਕਰਾਂਗੇ। ਫਿਲਹਾਲ ਉਹਨਾਂ ਵੱਲੋਂ ਹੀ ਇਹ ਕੰਪਲੈਕਸ ਨੂੰ ਸੀਲ ਕੀਤਾ ਜਾ ਰਿਹਾ। ਤੇ ਮੈਮ ਕਿੰਨੀ ਫੈਕਟਰੀਆਂ ਸੀ? ਦੋਨੋਂ ਫੈਕਟਰੀਆਂ ਸੀਲ ਕੀਤੀਆਂ ਜਾਣਗੀਆਂ? ਨਹੀਂ, ਫਿਲਹਾਲ ਇਹੀ ਫੈਕਟਰੀ ਸੀਲ ਕੀਤੀ ਜਾਏਗੀ। ਉਹ ਫੈਕਟਰੀ ਦੀ ਕੰਪਲੇਂਟ ਪ੍ਰੋਪਰ ਡਾਕੂਮੈਂਟੇਸ਼ਨ ਨੂੰ ਕੱਲ ਚੈੱਕ ਕਰਕੇ ਅਗਰ ਉਹਦੀ ਜ਼ਰੂਰਤ ਪਈ ਤਾਂ ਕੱਲ ਦੂਸਰੀ ਫੈਕਟਰੀ ਵੀ ਅਸੀਂ ਸੀਲ ਕਰਵਾਵਾਂਗੇ। ਸਪਲਾਈ ਕਿੱਥੇ ਹੋ ਰਹੀ ਸੀ? ਬੇਸਿਕਲੀ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਦਾ ਮੈਟਰ ਹੈ। ਵੰਸ ਵੀਲ ਗੈਟ ਦ ਕੰਪਲੇਂਟ ਫਰਮ ਦੀ ਅਥਾਰਟੀ, ਵੀਲ ਗੈਟ ਦ FIR ਰਜਿਸਟਰ, ਐਂਡ ਆਲਸੋ ਫਿਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਾਂਗੇ ਕਿ ਇਹਦੀ ਚੇਨ ਬੈਕਵਰਡ ਫਾਰਵਰਡ ਲਿੰਕੇजेस ਕਿੱਥੇ ਤੱਕ ਬਣ ਰਹੇ ਆ, ਇਹਦੇ ਕਿੱਥੋਂ ਇਹ ਮੈਡੀਸਿਨਸ ਪ੍ਰੋਕਿਓਰ ਕੀਤੀਆਂ ਜਾ ਰਹੀਆਂ ਸੀ, ਬਿਕੋਜ਼ ਜਿੰਨੇ ਇਹਨਾਂ ਨੇ ਪੁੱਛਿਆ ਹੈ ਕੁਐਸਚਨਸ ਦੇ ਵਰ ਅਨੇਬਲ ਟੂ ਆਨਸਰ। ਹੀ ਵਾਸ ਸੇਇੰਗ ਕਿ ਕੋਈ ਦਿੱਲੀ ਤੋਂ ਆ ਰਹੀ ਹੈ, ਬਟ ਕੋਈ ਪਾਰਟਿਕੂਲਰ ਬਿਲਸ ਨਹੀਂ ਪ੍ਰੋਡਿਊਸ ਕੀਤੇ ਗਏ, ਕੋਈ ਪ੍ਰੋਪਰ ਰॉ ਮਟੀਰੀਅਲਸ ਦੇ ਸੋਰਸ ਕਿਹੜੇ ਹੈ, ਕੁਛ ਇਹਨਾਂ ਕੋਲ ਇਨਫੋਰਮੇਸ਼ਨ ਨਹੀਂ ਸੀ। ਸੋ ਦੇ ਆਰ ਜਸਟ ਮੈਨੂਫੈਕਚਰਿੰਗ ਇੱਕ ਗਡਾਊਨ ਏਰੀਆ, ਜਿਵੇਂ ਤੁਸੀਂ ਪਤਾ ਹੈ ਕਿ ਤੁਹਾਨੂੰ ਇਟ ਇਜ਼ ਜਸਟ ਮੈਂਟ ਫॉर ਸਟੋਰੇਜ ਓਨਲੀ, ਬਟ ਇੱਥੇ ਮੈਨੂਫੈਕਚਰਿੰਗ, ਪੈਕੇਜਿੰਗ ਸਭ ਕੁਝ ਚੱਲ ਰਹੀ ਹੈ, ਤਾਂ ਡੈਫੀਨੇਟਲੀ ਇਟਸ ਅ ਸਸਪੀਸ਼ੀਅਸ। ਔਰ ਇਸ ਬੇਸਿਸ ਤੇ ਹੀ ਜੋ ਸਿਵਲ ਮਹਿਕਮਾ ਹੈ ਦੇ ਵਿਲ ਜਸਟ ਗੈਟ ਇਟ ਫਸਟ, ਇਹਨੂੰ ਸੀਲ ਕਰਵਾ ਕੇ ਫਿਰ ਇਹ ਸਾਨੂੰ ਕੰਪਲੇਂਟ ਦੇਣਗੇ ਔਰ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ।